ਤੁਸੀਂ ਵੇਖ ਰਹੇ ਹੋ BBC ਪੰਜਾਬ TV। ਉਧਰੋਂ ਵੀ ਗਏ, ਕਹਿੰਦਾ ਉਹਦੇ ਵਿੱਚ ਨਾ ਖੁਦਾਈ ਨਾ ਮਾਇਆ ਮਿਲੀ, ਨਾ ਦੁविधा में दोनों गए, ना माया मिली ना राम। कुर्सी भी गई ਤੇ ਕਿਸਾਨੀ ਵੀ ਗਈ। ਹਾਲੇ ਨਾਗਰਾ ਸਾਹਿਬ ਦੀ ਨਹੀਂ, ਆਹ ਲੜਾਈ ਇਕੱਲੇ ਪੰਜਾਬ ਕਾਂਗਰਸ ਦੀ ਨਹੀਂ, ਆਹ ਲੜਾਈ ਪੂਰੇ ਹਿੰਦੁਸਤਾਨ ਦੇ ਕਿਸਾਨ ਦੀ ਲੜਾਈ ਹੈ। ਇਹਦਾ ਸੂਤਰਧਾਰ ਜੋ ਹੈ ਉਹ ਮੋਦੀ ਸਾਹਿਬ ਹੈ, ਜਿਨ੍ਹਾਂ ਨੇ ਆਹ ਕਾਲੇ ਕਾਨੂੰਨ ਲੈ ਕੇ ਇਹ ਲੜਾਈ ਸਾਡੀ ਉੱਥੇ ਹੈ। ਲੁਧਿਆਣਾ ਵਿੱਚ ਵਰਚੁਅਲ ਕਿਸਾਨ ਮੇਲੇ ਦਾ ਉਦਘਾਟਨ ਕਰਨ ਪਹੁੰਚੇ ਸੁਨੀਲ ਜਾਖੜ ਨੇ ਬੀਬੀ ਹਰਸਿਮਰਤ ਕੌਰ ਬਾਦਲ ਤੇ ਤੰਜ ਕੱਸਦਿਆਂ ਅਸਤੀਫੇ ਨੂੰ ਰਾਜਨੀਤਿਕ ਦੱਸਿਆ ਤੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਖੇਤੀਬਾੜੀ ਆਰਡੀਨੈਂਸ ਦੇ ਵਕੀਲ ਬਣੇ ਹੋਏ ਸਨ ਤੇ ਕਹਿ ਰਹੇ ਸਨ ਕਿ ਇਸ ਨਾਲ ਕਿਸਾਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ, ਪਰ ਹੁਣ ਵੋਟ ਬੈਂਕ ਨੂੰ ਵੇਖਦੇ ਹੋਏ ਇਹ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ। ਉੱਥੇ ਹੀ ਉਹਨਾਂ ਨਰਿੰਦਰ ਮੋਦੀ ਤੇ ਵੀ ਨਿਸ਼ਾਨਾ ਕੱਸਦਿਆਂ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਆ ਗਿਆ ਫੈਸਲਾ ਬਿਲਕੁਲ ਕਿਸਾਨ ਵਿਰੋਧੀ ਹੈ। ਮੈਂ ਸਮਝਦਾ ਨਾਗਰਾ ਸਾਹਿਬ ਦੇ ਅਸਤੀਫੇ ਨੂੰ ਤੁਸੀਂ ਅਕਾਲੀਆਂ ਦੇ ਅਸਤੀਫੇ ਦੇ ਨਾਲ ਜੋੜ ਕੇ ਇੱਕ ਬਿਹਤਰੀਨ ਇਨਸਾਨ ਦੇ ਬਿਹਤਰੀਨ ਕਿਰਦਾਰ ਦੀ ਤੋਹੀਨ ਕਰ ਰਹੇ ਹੋ। ਅਕਾਲੀਆਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹ ਉਹਨਾਂ ਦੀ ਮਜਬੂਰੀ ਹੈ। ਮਜਬੂਰੀ ਦਾ ਨਾਮ ਹਰਸਿਮਰਤ ਕੌਰ ਜੀ ਦਾ ਅਸਤੀਫਾ, ਕਿਉਂਕਿ ਅਕਾਲੀਆਂ ਨੇ ਕੋਸ਼ਿਸ਼ ਕੀਤੀ ਪਿਛਲੇ 3-4 ਮਹੀਨੇ ਤੋਂ ਕਿਸਾਨਾਂ ਨੂੰ ਬੇਵਕੂਫ ਬਣਾਉਣ ਦੀ, ਕਿਉਂਕਿ ਉਹਨਾਂ ਨੇ ਸਮਝਿਆ ਵੀ ਇਹ ਭੋਲੇ ਲੋਕ ਹੈ ਤੇ ਇਹਨਾਂ ਨੂੰ ਤਾਂ ਅਸੀਂ ਕਦੇ ਵਰਾ ਲਾਂਗੇ। ਉਹਨਾਂ ਨੂੰ ਆਹ ਕਹਿ ਕੇ ਵੀ ਆਹ ਜਿਹੜਾ ਕਾਲਾ ਕਾਨੂੰਨ ਹੈ ਸਭ ਤੋਂ ਵਧੀਆ ਕਾਨੂੰਨ ਮੋਦੀ ਸਾਹਿਬ ਨੇ ਕਿਸਾਨਾਂ ਵਾਸਤੇ ਬਣਾਇਆ ਹੈ। ਸੁਖਬੀਰ ਜੀ ਤਾਂ ਵਕੀਲ ਬਣੇ ਹੋਏ ਸੀਗੇ ਕਾਲੇ ਕਾਨੂੰਨ ਦੇ, ਉਹਨਾਂ ਨੇ ਨਾਲ ਵੱਡੇ ਬਾਦਲ ਸਾਹਿਬ ਨੂੰ ਵੀ ਲਵੇੜ ਲਿਆ। ਉਹਦਾ ਨਤੀਜਾ ਹੋਇਆ ਵੀ ਉਹਨਾਂ ਦੀ ਦੋਗਲੀ ਜਿਹੜੀ ਜ਼ਬਾਨ ਸੀ ਉਹਦੇ ਕਰਕੇ ਜਿਸ ਕੁਰਸੀ ਦੇ ਪਾਏ ਪਕੜੇ ਬੈਠੇ ਸੀ ਸੁਖਬੀਰ ਬਾਦਲ ਜੀ, ਕਿਸਾਨਾਂ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਖਤਮ ਹੋ ਗਿਆ। ਆਪਣੀ ਜ਼ਬਾਨ ਉਹਨਾਂ ਦੀ ਜਿਹੜੀ ਸੀਗੀ ਨੱਕ ਕੱਟੀ ਗਈ ਤੇ ਉੱਥੇ ਜਿਹੜੀ ਕੁਰਸੀ ਨੂੰ ਚਿਮੜੇ ਬੈਠੇ ਸੀ ਉਹ ਕੁਰਸੀ ਵੀ ਜਾਂਦੀ ਰਹੀ। ਦੋ ਕਿਸ਼ਤੀਆਂ ਦੇ ਉੱਤੇ ਸਵਾਰ ਜਿਹੜਾ ਹੁੰਦਾ ਉਹਦੇ ਬੰਦੇ ਦੇ ਨਾਲ ਆਹੀ ਹਾਲਾਤ ਬਣਦੇ ਹੈ। ਇੱਧਰੋਂ ਵੀ ਗਏ ਉੱਧਰੋਂ ਵੀ ਗਏ, ਕਹਿੰਦਾ ਉਹਦੇ ਵਿੱਚ ਨਾ ਖੁਦਾਈ ਨਾ ਮਾਇਆ ਮਿਲੀ, ਨਾ ਦੁविधा में दोनों गए, ना माया मिली ना राम। ਕੁਰਸੀ ਵੀ ਗਈ ਤੇ ਕਿਸਾਨੀ ਵੀ ਗਈ। ਅੱਜ ਜੋ ਕੁਝ ਨਾਗਰਾ ਸਾਹਿਬ ਨੇ ਕੀਤਾ ਹੈ, ਉਹਨਾਂ ਨੇ ਇੱਕ ਇਖਲਾਕ ਦੇ ਤੌਰ ਤੇ ਵੀ ਅਸੀਂ ਲੋਕਾਂ ਦੇ ਨਾਲ ਖੜੇ ਹਾਂ। ਕੋਈ ਸਰਕਾਰ ਨਹੀਂ ਸੀ ਡਿਗਰੀ ਨਾਗਰਾ ਸਾਹਿਬ ਦੀ, ਕੋਈ ਨਾਗਰਾ ਸਾਹਿਬ ਦੀ ਕੁਰਸੀ ਹੈ ਨਹੀਂ ਸੀ ਜਿਸ ਤੋਂ ਵਾਂਝੇ ਹੋ ਰਹੇ ਸੀ। ਉਹਨਾਂ ਨੇ ਕਿਸਾਨਾਂ ਦੇ ਨਾਲ ਇਕਜੁੱਟਤਾ ਹੋ ਕੇ ਆ ਕੀਤਾ। ਪਰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਠੋਕ ਕੇ ਕਹਿਤਾ ਵੀ ਮੈਂ ਕੋਈ ਅਸਤੀਫਾ ਮਨਜ਼ੂਰ ਨਹੀਂ ਕਰੂੰਗਾ, ਨਾ ਹੀ ਉਹਨਾਂ ਨੂੰ ਅਸਤੀਫਾ ਦੇਣ ਦਿਆਂਗੇ, ਕਿਉਂਕਿ ਇਹ ਲੜਾਈ ਇਕੱਲੇ ਨਾਗਰਾ ਸਾਹਿਬ ਦੀ ਨਹੀਂ, ਆਹ ਲੜਾਈ ਇਕੱਲੇ ਪੰਜਾਬ ਕਾਂਗਰਸ ਦੀ ਨਹੀਂ, ਆਹ ਲੜਾਈ ਪੂਰੇ ਹਿੰਦੁਸਤਾਨ ਦੇ ਕਿਸਾਨ ਦੀ ਲੜਾਈ ਹੈ। ਇਹਦਾ ਸੂਤਰਧਾਰ ਜੋ ਹੈ ਉਹ ਮੋਦੀ ਸਾਹਿਬ ਹੈ, ਜਿਨ੍ਹਾਂ ਨੇ ਆਹ ਕਾਲੇ ਕਾਨੂੰਨ ਲੈ ਕੇ ਇਹ ਲੜਾਈ ਸਾਡੀ ਉੱਥੇ ਹੈ। ਅਸੀਂ ਲੜਾਈ ਦਿੱਲੀ ਲੜਨੀ ਹੈ, ਪੰਜਾਬ ਦੇ ਅੰਦਰ ਨਹੀਂ ਲੜਨੀ। ਅਸੀਂ ਲੜਾਈ ਉੱਥੇ ਜਾ ਕੇ ਲੜਾਂਗੇ, ਸਾਰੇ ਇਕਜੁੱਟ ਹੋ ਕੇ ਲੜਾਂਗੇ। ਅਕਾਲੀਆਂ ਦਾ ਜਿਹੜਾ ਦੋਗਲਾ ਚਿਹਰਾ ਸਾਹਮਣੇ ਆਇਆ, ਉਹਦੇ ਬਾਅਦ ਮੋਦੀ ਸਾਹਿਬ ਨੇ ਜੋ ਅੱਜ ਕੀਤਾ, ਮੈਂ ਉਸ ਦੀ ਜ਼ਿਆਦਾ ਗੱਲ ਕਰਨਾ ਚਾਹੂੰਗਾ। ਦੇਖੋ, ਜੋ ਅਕਾਲੀਆਂ ਨਾਲ ਕੱਲ ਉਹਨਾਂ ਨੇ ਅਸਤੀਫਾ ਦੇਣ ਦਾ ਜੋ ਡਰਾਮਾ ਕੀਤਾ ਹੋਇਆ ਉਹ ਕੱਲ ਉੱਥੇ ਹੋ ਗਿਆ, ਪਰ ਅੱਜ ਜੋ ਕੁਝ ਸਵੇਰੇ ਵਾਪਰਿਆ, ਜਦੋਂ ਮੈਂ ਲੁਧਿਆਣੇ ਵਾਸਤੇ ਚੱਲਣ ਲੱਗਿਆ ਤਾਂ ਪਤਾ ਲੱਗਿਆ ਪ੍ਰੈਜ਼ੀਡੈਂਟ ਸਾਹਿਬ ਨੇ, ਮਾਨਯੋਗ ਰਾਸ਼ਟਰਪਤੀ ਨੇ ਅਸਤੀਫਾ ਮਨਜ਼ੂਰ ਕਰ ਲਿਆ। ਮੇਰਾ ਮੰਨਣਾ ਸੀਗਾ ਵੀ ਚਾਹੇ ਇੱਕ ਸ਼ਿਸ਼ਟਾਚਾਰ ਦੇ ਨਾਤੇ, ਕਿਉਂਕਿ ਬਾਦਲ ਸਾਹਿਬ ਜਿਹੜੇ ਹੈ NDA ਦੇ ਜਿਹਦੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਹੈ, NDA ਦੇ ਫਾਊਂਡਰ ਮੈਂਬਰ ਹੈ, ਅਕਾਲੀ ਦਲ ਦਾ ਫਾਊਂਡਰ ਮੈਂਬਰ ਸੀਗਾ। ਪਰ ਜਦੋਂ ਅਸਤੀਫਾ ਦੇਤਾ ਉਹਦੇ ਬਾਅਦ ਮਾਤਰ ਸ਼ਿਸ਼ਟਾਚਾਰ ਔਪਚਾਰਿਕ ਰੂਪ ਤੇ ਮੈਨੂੰ ਐ ਸੀਗਾ ਵੀ ਮੋਦੀ ਸਾਹਿਬ ਮਾਨਯੋਗ ਪ੍ਰਧਾਨ ਮੰਤਰੀ ਜੀ, ਚਾਹੇ ਸੁਖਬੀਰ ਬਾਦਲ ਤਾਂ ਨਹੀਂ ਗੱਲ ਕਰਦੇ ਹੋ, ਨਾ ਹੀ ਬੀਬਾ ਜੀ ਨਾਲ ਗੱਲ ਕਰਨ, ਮੈਨੂੰ ਸੀਗਾ ਵੀ ਵੱਡੇ ਬਾਦਲ ਸਾਹਿਬ ਨੂੰ ਜ਼ਰੂਰ ਟੈਲੀਫੋਨ ਕਰਕੇ ਕਹਿਣਗੇ ਵੀ ਬਾਦਲ ਸਾਹਿਬ ਬਹੁਤ ਹੀ ਭਰੇ ਮਨ ਦੇ ਨਾਲ ਮੈਨੂੰ ਅਸਤੀਫਾ ਲੈਣਾ ਪੈ ਰਿਹਾ, ਕਿਉਂਕਿ ਤੁਹਾਡੇ ਜਵਾਕਾਂ ਨੇ ਜਿਹੜਾ ਕੰਮ ਕੀਤਾ ਉਹਦੇ ਬਾਅਦ ਮੈਂ ਇਹਨਾਂ ਨੂੰ ਰੱਖ ਨਹੀਂ ਸਕਦਾ। ਪਰ ਸ਼ਿਸ਼ਟਾਚਾਰ ਇੱਕ ਪਾਸੇ, ਫਾਊਂਡਰ ਮੈਂਬਰ ਇੱਕ ਪਾਸੇ, ਉਹਨਾਂ ਨੇ ਮਿੰਟ ਹੀ ਨਹੀਂ ਮਾਰਿਆ। ਮੋਦੀ ਸਾਹਿਬ ਨੇ ਅਸਤੀਫਾ ਮਨਜ਼ੂਰ ਕਰਨ ਲੱਗੇ ਵੀ ਕਿਤੇ ਵਾਪਸ ਨਾ ਇਹਨਾਂ ਮਨ ਬਦਲ ਲੈਣ, ਫੇਰ ਆ ਕੇ ਖੜ ਜਾਣ ਵੀ ਸਾਨੂੰ ਮੰਤਰੀ ਬਣਾਓ। ਉਹ ਉਹਨਾਂ ਦਾ ਆਪਸੀ ਅਕਾਲੀਆਂ ਦਾ BJP ਦਾ ਮਸਲਾ। ਮੈਨੂੰ ਜਿਹੜੀ ਚਿੰਤਾ ਹੈ ਸਾਹਿਬ, ਜਿਸ ਗੱਲ ਦਾ ਮੈਂ ਇਸ ਸਾਰੇ ਮਸਲੇ ਦੇ ਅੰਦਰ ਖਦਸ਼ਾ ਜੋ ਮੈਨੂੰ ਪੈਦਾ ਹੋ ਰਿਹਾ ਹੈ, ਉਹਦੇ ਤੇ ਮੋਹਰ ਲੱਗ ਰਹੀ ਹੈ ਖਦਸ਼ੇ ਤੇ,
ਇਹਨਾਂ ਨੇ ਅਣਗਹਿਲੀ ਬਾਦਲ ਸਾਹਿਬ ਦੀ, ਅਕਾਲੀ ਦਲ ਦੀ ਅਣਗਹਿਲੀ ਤਾਂ ਕੀਤੀ ਹੈ, ਪਰ ਕਿਉਂਕਿ ਇਹਨਾਂ ਦੇ ਪੁਰਾਣੇ ਮੈਂਬਰ ਹੈ, ਇਹਨਾਂ ਨੇ ਉੱਥੇ ਬਹਾਨਾ ਲਿਆ ਵੀ ਅਸੀਂ ਅਸਤੀਫਾ ਦੇ ਰਹੇ ਹਾਂ ਕਿਉਂਕਿ ਪੰਜਾਬ ਦੇ ਕਿਸਾਨ ਦੀ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨਾਲ ਕਹਿੰਦੇ ਮੈਂ ਗੱਲਬਾਤ ਕੀਤੀ। ਸੁਖਬੀਰ ਜੀ ਨੇ ਪਤਾ ਨਹੀਂ ਕਿਹੜੇ ਕਿਸਾਨ ਨਾਲ ਗੱਲਬਾਤ ਕੀਤੀ, ਪਰ ਉੱਥੇ ਉਹਨਾਂ ਨੇ ਛੱਡਤੀ। ਪਾਰਲੀਮੈਂਟ ਦੇ ਅੰਦਰ ਵੀ ਮੈਂ ਕਿਸਾਨਾਂ ਨਾਲ ਗੱਲ ਕੀਤੀ ਤੇ ਕਿਸਾਨ ਬੜਾ ਚਿੰਤਿਤ ਹੈ। ਮੋਦੀ ਸਾਹਿਬ ਜੇ ਇੱਕ ਅੱਖਾਂ ਪੂੰਝਣ ਵਾਸਤੇ ਵੀ ਕਿਤੇ ਪੁੱਛ ਲੈਂਦੇ ਬਾਦਲ ਸਾਹਿਬ ਨੂੰ ਫੋਨ ਕਰਕੇ ਵੀ ਕਿਹੜੀ ਸਮੱਸਿਆ ਹੈ ਕਿਸਾਨ ਦੀ, ਮੈਂ ਉਹਦਾ ਹੱਲ ਕਰਾਂ। ਉਹਨਾਂ ਨੇ ਪੰਜਾਬ ਦੇ ਕਿਸਾਨ ਦਾ ਨਿਰਾਦਰ ਕੀਤਾ। ਮੋਦੀ ਸਾਹਿਬ ਨੇ ਉਹ ਵੀ ਜਹਿਮਤ ਨਹੀਂ ਉਠਾਈ, ਉਹ ਵੀ ਖੇਚਲ ਨਹੀਂ ਕੀਤੀ, ਬਿਨਾਂ ਟੈਲੀਫੋਨ ਬਿਨਾਂ ਕੋਈ ਗੱਲਬਾਤ ਲੈ ਕੇ ਅਸਤੀਫਾ ਘਰੇ ਤੋਰਤਾ। ਇਸ ਕਰਕੇ ਮੇਰਾ ਮੰਨਣਾ ਹੈ ਅੱਛੇ ਦਿਨ ਤਾਂ ਦੂਰ ਦੀ ਗੱਲ ਰਹਿ ਗਈ। ਆ ਜਿਹੜੇ ਕਾਲੇ ਕਾਨੂੰਨ ਪਾਸ ਹੋ ਗਏ ਹੁਣ ਪੰਜਾਬ ਦੇ ਤੇ ਪੰਜਾਬ ਦੀ ਕਿਸਾਨੀ ਦੇ ਤੇ ਹੈ, ਸਾਡੇ ਜਿਹੜੇ ਵਪਾਰੀ ਭਰਾ ਬੈਠੇ ਹੈ, ਜਿਹੜੇ ਕਿਸਾਨ ਮਜ਼ਦੂਰ ਬੈਠੇ ਹੈ, ਇਹਨਾਂ ਦੇ ਕਾਲੇ ਦਿਨ ਸਾਹਮਣੇ ਆਏ ਖੜੇ ਹੈ। ਆ ਸੰਘਰਸ਼ ਲੰਬਾ ਚੱਲੂਗਾ, ਚਲਾਵਾਂਗੇ ਹਰ ਸੰਭਵ। ਜਦੋਂ ਅੱਜ ਮੈਂ ਕਿਸਾਨ ਮੇਲੇ ਦੇ ਉੱਤੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ, ਐਡੀ ਵਧੀਆ ਬੰਪਰ ਫਸਲ ਲੈ ਕੇ ਆਏ, 1 ਕਰੋੜ 28 ਲੱਖ ਟਨ ਕਣਕ ਆਈ, ਹੁਣ ਪੈਡੀ ਭਰੀ ਪਈ ਹੈ, ਤਿਆਰ ਹੈ ਫਸਲਾਂ, ਪਰ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਉਹ ਫਸਲ ਸਾਂਭਦੇ ਚਾਹੀਦੇ ਸੀਗੇ, ਪਰ ਸੜਕਾਂ ਤੇ ਬੈਠੇ ਡਾਂਗਾਂ ਲਈ ਬੈਠੇ। ਮੈਂ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਵੀ ਅੱਜ ਦਿਵਾਇਆ ਹੈ ਆਪਣੇ ਤੌਰ ਤੇ, ਸੀਐਮ ਸਾਹਿਬ ਦੇ ਤੌਰ ਤੇ, ਕਾਂਗਰਸ ਪਾਰਟੀ ਦੇ ਤਰਫੋਂ। ਕਾਂਗਰਸ ਪਾਰਟੀ ਉਹਨਾਂ ਦੇ ਨਾਲ ਖੜੀ ਹੈ। ਅਸੀਂ ਕਾਨੂੰਨੀ ਲੜਾਈ, ਅਸੀਂ ਰਾਜਨੀਤਿਕ ਲੜਾਈ, ਅਸੀਂ ਸੜਕਾਂ ਦੀ ਲੜਾਈ, ਅਸੀਂ ਚਾਹੇ ਦਿੱਲੀ ਸਾਨੂੰ ਜਾਣਾ ਪਵੇ, ਹਰ ਸੰਭਵ ਪ੍ਰਯਾਸ ਕਰਕੇ, ਕਿਉਂਕਿ ਆ ਲੜਾਈ ਇਕੱਲੇ ਪੰਜਾਬ ਦੀ ਨਹੀਂ, ਆ ਹਿੰਦੁਸਤਾਨ ਦੀ ਕਿਸਾਨੀ ਦੀ ਹੈ। ਇਸ ਕਰਕੇ ਅਸੀਂ ਤਕੜੇ ਹੋ ਕੇ ਲੜਾਂਗੇ। ਪਰ ਇਹਨਾਂ ਲੋਕਾਂ ਦਾ ਦੋਗਲਾ ਚਿਹਰਾ ਜਿਹੜਾ ਸਾਹਮਣੇ ਆਇਆ ਹੈ, ਮੈਂ ਸਮਝਦਾ ਵੀ ਇਹਨਾਂ ਨੇ ਜਿੱਥੇ ਸੁਖਬੀਰ ਬਾਦਲ ਸਿੰਘ ਜੀ ਦੀ ਲੀਡਰਸ਼ਿਪ ਦਾ ਫੇਲਿਅਰ ਹੈ, ਆ ਜਿਹੜੇ ਅੱਜ ਇਹਨਾਂ ਨੇ ਦੋਨਾਂ ਨੂੰ ਪਾਏ ਫੜਨਾ ਚਾਹੁੰਦੇ ਸੀ, ਇੱਕ ਪਾਸੇ ਕਿਸਾਨਾਂ ਦੀ ਬਾਹ ਫੜੀ ਬੈਠੇ ਸੀ, ਇੱਕ ਪਾਸੇ ਪਾਇਆਂ ਦੀ, ਤੇ ਇਹਨਾਂ ਦਾ ਜੋ ਹਾਲ ਹੋਇਆ ਉਹ ਸਾਰਿਆਂ ਦੇ ਸਾਹਮਣੇ ਸਭ। ਥੈਂਕ ਯੂ। ਅਗਲੀ ਰਣਨੀਤੀ ਕੀ ਹੋਏਗੀ ਕਾਂਗਰਸ ਦੀ, ਕਿਉਂਕਿ ਕਿਸਾਨ ਆ ਜਿਹੜੇ ਕਿਸਾਨ ਨੇ ਵੀ ਕੋਸ਼ਿਸ਼ ਕੀਤੀ ਹੈ ਲੰਬੀ ਉਤਪਾਦਨ ਕਰਨਾ। ਮੈਂ ਬੇਨਤੀ ਕਰੂੰਗਾ ਸਾਰੇ ਕਿਸਾਨ ਭਰਾਵਾਂ ਨੂੰ ਇਸ ਕਦਮ ਨੂੰ ਚੱਕਣ ਦੀ ਲੋੜ ਨਹੀਂ। ਆਹ ਲੜਾਈ ਸਾਰਿਆਂ ਦੀ ਹੈ, ਇਕੱਠੇ ਹੋ ਕੇ ਲੜਾਂਗੇ। ਤੇ ਮੇਰੀ ਇੱਕ ਬੇਨਤੀ ਸਾਰੇ ਜਥੇਬੰਦੀਆਂ ਨੂੰ ਵੀ ਹੈ, ਕਿਉਂਕਿ ਮੈਂ ਦੇਖ ਰਿਹਾ ਸੀ ਵੀ ਕਿਸਾਨ ਦੀ ਆਵਾਜ਼ ਚੱਕਣ ਵਾਲੇ ਉੱਥੇ ਉਸ ਲੋਕ ਸਭਾ ਦੇ ਅੰਦਰ ਸਿਵਾਏ ਕਾਂਗਰਸ ਪਾਰਟੀ ਦੇ ਕੋਈ ਹੋਰ ਹੈ ਨਹੀਂ ਸੀ ਜੀ ਕਿਸੇ ਨੇ ਆਵਾਜ਼ ਚੱਕੀ। ਜੇ ਸਾਰੇ ਜਥੇਬੰਦੀਆਂ ਕਿਸਾਨ ਇਕੱਠੇ ਹੋ ਕੇ ਕਿਸੇ ਪਾਰਟੀ 'ਚ ਭੇਜਣ ਤਾਂ ਕਿਸਾਨ ਦੀ ਗੱਲ ਕਰਨ ਵਾਲੇ ਇਹ ਜਿਹੇ ਬੰਦੇ ਨਾ ਭੇਜਣ ਜਿਨ੍ਹਾਂ ਨੇ ਆਪਣੀ ਕੁਰਸੀ ਵਾਸਤੇ ਕਿਸਾਨ ਦੇ ਹਿੱਤਾਂ ਦਾ ਸੌਦਾ ਕੀਤਾ। ਜੇ ਆਹ ਗੱਲ ਸੁਖਬੀਰ ਬਾਦਲ ਜੀ ਨੇ ਜਿਸ ਦਿਨ ਆਰਡੀਨੈਂਸ ਦੀ ਮੀਟਿੰਗ ਉੱਥੇ ਹੋਈ ਸੀ ਪਹਿਲਾਂ ਕਹਿ ਦਿੰਦੇ ਤਾਂ ਸ਼ਾਇਦ ਉਹਦੇ ਵਿੱਚ ਮੋਦੀ ਸਾਹਿਬ ਆਪਣੀ ਹੱਦ ਤੱਕ ਨਾ ਸਮਝਦੇ, ਸ਼ਾਇਦ ਵਿਡਰਾਅ ਕਰ ਲੈਂਦੇ। ਸੁਖਬੀਰ ਜੀ ਨੇ ਕੋਸ਼ਿਸ਼ ਕੀਤੀ ਕਿਸਾਨਾਂ ਨੂੰ ਬੇਵਕੂਫ ਬਣਾਉਣ ਦੀ, ਇਵੈਂਚੁਅਲੀ ਆਖਰ ਦੇ ਵਿੱਚ ਖੁਦ ਬੇਵਕੂਫ ਬਣ ਗਏ। ਅੱਜ ਜਿੱਥੇ ਲੋਕ ਸਭਾ ਦੇ ਅੰਦਰ ਉਹਨਾਂ ਦਾ ਮਜ਼ਾਕ ਉਡਾਇਆ ਗਿਆ, ਮੈਂ ਦੇਖ ਰਿਹਾ ਸੀ ਜਿਸ ਤਰ੍ਹਾਂ ਸਪੀਕਰ ਨੇ ਕਹਿੰਦਾ ਬਹਿ ਜਾ, ਉਹਨਾਂ ਦੀ ਗੱਲ ਹੀ ਨਹੀਂ ਸੁਣਨ ਪੂਰੀ ਉਹਨੇ ਕਰਨ ਦਿੱਤੀ। ਇੱਕ ਸੀਨੀਅਰ ਮੈਂਬਰ ਉਹਨਾਂ ਦੇ NDA ਦੇ ਹੋਣ ਤੇ ਜਿਸ ਹਿਸਾਬ ਨਾਲ ਮੋਦੀ ਸਾਹਿਬ ਨੇ ਅੱਜ ਸਵੇਰੇ ਨਿਬੇੜਤਾ ਕੰਮ, ਇਹਦੇ ਨਾਲ ਪੰਜਾਬ ਦੇ ਕਿਸਾਨ ਤੇ ਪੰਜਾਬ ਕੰਨੀ ਇਹਨਾਂ ਦੀ ਮਾੜੀ ਦ੍ਰਿਸ਼ਟੀ ਜਿਹੜੀ BJP ਇਹਦੇ ਸਾਹਮਣੇ ਆਉਂਦੀ ਹੈ। ਥੈਂਕ ਯੂ। ਸਬਸਕ੍ਰਾਈਬ ਕਰੋ BBC ਪੰਜਾਬ TV ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।